ਇੱਕ ਸਿਰਫਿਰੇ ਦੇ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਿਸ ਵਿੱਚ 9 ਲੋਕਾਂ ਦੀ ਜਾਨ ਚਲੀ ਗਈ। ਇਹਨਾਂ 9 ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਗੜੇਵਾਲ ਦਾ ਨੌਜਵਾਨ ਸ਼ਾਮਿਲ ਸੀ। 36 ਸਾਲ ਉਸ ਦੀ ਉਮਰ ਸੀ ਔਰ ਵੱਡੀ ਗੱਲ ਹੈ ਕਿ ਉਸਨੇ ਆਪਣੇ ਕਈ ਸਾਥੀਆਂ ਦੀਆਂ ਜਾਨਾਂ ਵੀ ਇਸ ਗੋਲੀਬਾਰੀ ਦੇ ਦੌਰਾਨ ਗਵਾਈ ਬਚਾਈ ਔਰ ਆਪਣੀ ਜਾਨ ਜਿਹੜੀ ਹੈ ਉਸ ਦੀ ਪਰਵਾਹ ਨਹੀਂ ਕੀਤੀ। ਪਰਿਵਾਰਕ ਮੈਂਬਰ ਇੰਨੇ ਸ਼ੌਕਡ ਨੇ ਕਿ ਉਹ ਕਿਸੇ ਨਾਲ ਅਜੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈਗੇ। ਮੈਂ ਵੀ ਕੋਸ਼ਿਸ਼ ਕਰ ਰਿਹਾ ਸੀ ਗੱਲ ਕਰਨ ਦੀ, ਪਰ ਉਹਨਾਂ ਕੋਲ ਗੱਲ ਨਹੀਂ ਸੀ ਹੋ ਰਹੀ ਕਿਉਂਕਿ ਉਹ ਲਾਗਲੀ ਬਿਲਡਿੰਗ ਵਿੱਚ ਗੋਲੀਬਾਰੀ ਕਰ ਰਿਹਾ ਸੀ। ਇਹਨਾਂ ਨੇ ਸੀ ਆਪਣੀ ਬਿਲਡਿੰਗ ਸੇਫ ਕਰ ਲਈ, ਇਹਨੂੰ ਬਚਾ ਲਈਏ। ਅੱਜ ਪੌੜੀਆਂ ਉਤਰਨੀ ਲੱਗੇ ਸੀਗੇ ਔਰ ਇਹ ਨਾਲ ਸ਼ਾਇਦ ਸੁਪਰਵਾਈਜ਼ਰ ਸੀ ਇਹਨਾਂ ਦਾ, ਇਹ ਦੋਨਾਂ ਨੂੰ ਟਾਰਗੇਟ ਕਰਤਾ। ਸਾਡੇ ਤਾਂ ਬਿਲਕੁਲ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਸਾਡੇ ਨਾਲ ਕੀ ਭਾਣਾ ਵਾਪਰ ਗਿਆ। ਕਦੀ ਇਸ ਚੀਜ਼ ਬਾਰੇ ਸੋਚਿਆ ਵੀ ਨਹੀਂ ਸੀ। ਛੋਟੇ ਬੱਚੇ ਨੇ ਜੇ ਬੇਟਾ 3.5 ਸਾਲ ਦੇ 3 ਸਾਲ ਪਲੱਸ ਸੀ ਆ, ਛੋਟੀ ਬੇਟੀ ਆ 1.5 ਸਾਲ ਦੇ ਲਾਗੇ ਬੰਨੇ ਹੋਏਗੀ। ਬੱਚੇ ਤਾਂ ਬਹੁਤ ਛੋਟੇ ਆ, ਉਹਨਾਂ ਨੂੰ ਤਾਂ ਹਮੇਸ਼ਾ ਦੀ ਜਿਸ ਤਰ੍ਹਾਂ ਪਿਤਾ ਦਾ ਪਿਆਰ ਤਾਂ ਮਿਲਣਾ ਹੀ ਨਹੀਂ ਉਹਨਾਂ ਨੂੰ। ਬਹੁਤ ਦੁੱਖ ਹੁੰਦਾ ਨਾ ਬੱਚਿਆਂ ਵੱਲ ਸੋਚ ਕੇ ਕਿ ਇਹ ਬੱਚੇ ਕਰਨਗੇ ਕੀ। ਜਾਨ ਬਚਾਈ ਆ। ਉਸ ਤੋਂ ਬਾਅਦ ਉਹ ਖੁਦ ਵੀ ਉਹਨਾਂ ਦੇ ਆਪਣੇ ਗਲ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਗਲ ਦੇ ਵਿੱਚ ਇੱਕ ਤਖਤੀ ਪਾ ਕੇ ਤਸਵੀਰ ਤੁਹਾਡੇ ਕੋਲ ਉਸ ਕੋ ਵਰਕਰ ਨੇ ਆਪਣੇ ਗਲ ਦੇ ਵਿੱਚ ਤਖਤੀ ਪਾਈ ਹੋਈ, ਲਿਖਿਆ ਹੈਗਾ ਵੀ ਤਾਪਤੇਜਦੀਪ ਸਿੰਘ ਥੈਂਕਸ, ਮੈਨੂੰ ਤੂੰ ਅੱਜ ਆਪਣੀ ਭੈਣ ਨੂੰ ਘਰ ਸੁਰੱਖਿਅਤ ਭੇਜਿਆ ਔਰ ਆਪਣੀ ਜਾਨ ਨੂੰ ਦੇ ਗਿਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਅਮਰੀਕਾ ਦੇ ਸੈਨ ਹੋਜ਼ੇ ਸ਼ਹਿਰ ਦੇ ਵਿੱਚ ਇੱਕ ਸਿਰਫਿਰੇ ਦੇ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਿਸ ਵਿੱਚ 9 ਲੋਕਾਂ ਦੀ ਜਾਨ ਚਲੀ ਗਈ। ਇਹਨਾਂ 9 ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਗੜੇਵਾਲ ਦਾ ਨੌਜਵਾਨ ਸ਼ਾਮਿਲ ਸੀ। 36 ਸਾਲ ਉਸ ਦੀ ਉਮਰ ਸੀ ਔਰ ਉਹ ਇਸ ਗੋਲੀਬਾਰੀ ਦੇ ਵਿੱਚ ਜਾਨ ਗਵਾ ਬੈਠਾ ਹੈ ਔਰ ਵੱਡੀ ਗੱਲ ਹੈ ਕਿ ਉਸਨੇ ਆਪਣੇ ਕਈ ਸਾਥੀਆਂ ਦੀਆਂ ਜਾਨਾਂ ਵੀ ਇਸ ਗੋਲੀਬਾਰੀ ਦੇ ਦੌਰਾਨ ਗਵਾਈ ਬਚਾਈ ਔਰ ਆਪਣੀ ਜਾਨ ਜਿਹੜੀ ਹੈ ਉਸ ਦੀ ਪਰਵਾਹ ਨਹੀਂ ਕੀਤੀ। ਸਾਡੇ ਨਾਲ ਪਰਿਵਾਰ ਦੇ ਕੁਝ ਮੈਂਬਰ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਜੀ, ਤੁਹਾਡਾ ਕੀ ਨਾਮ ਔਰ ਵੀਰ ਜੀ ਦਾ ਕੀ ਨਾਮ ਔਰ ਕਿੰਨੀ ਉਮਰ ਸੀ? ਜੀ, ਮੇਰਾ ਨਾਮ ਹਰਦਿਆਲ ਸਿੰਘ ਹੈ ਔਰ ਮੇਰੇ ਚਾਚਾ ਜੀ ਦਾ ਬੇਟਾ ਸੀਗਾ ਤਾਪਤੇਜਦੀਪ ਸਿੰਘ ਗਿੱਲ ਦਾ ਨਾਮ ਸੀਗਾ ਔਰ 36 ਸਾਲ ਉਮਰ ਸੀ। 2014 ਦੇ ਇੱਥੋਂ ਪੂਰੀ ਫੈਮਿਲੀ ਦੇ ਨਾਲ ਉਹ ਅਮਰੀਕਾ ਸ਼ਿਫਟ ਹੋਏ ਸੀਗੇ। ਭਾਈ, ਕੱਲ੍ਹ ਦੀ ਘਟਨਾ ਦੀ ਜਾਣਕਾਰੀ ਕਿਵੇਂ ਮਿਲੀ ਔਰ ਜਾਣਕਾਰੀ ਮਿਲੀ ਕੀ ਹੈ ਤੁਹਾਨੂੰ? ਵੈਸੇ ਅਮਰੀਕਾ ਦੇ 6:30 ਵਜੇ ਦੇ ਕਰੀਬ ਉੱਥੇ ਇਹ ਘਟਨਾ ਹੋਈ ਸੀ ਔਰ ਸਾਨੂੰ ਕੱਲ੍ਹ ਸ਼ਾਇਦ ਆਪਣੇ ਇੰਡੀਆ ਦੇ ਸਵੇਰੇ 6:30 ਵਜੇ ਉੱਧਰੋਂ ਫੋਨ ਆਇਆ ਕਿ ਇਹ ਘਟਨਾ ਹੋਈ ਆ ਔਰ ਤਾਪਤੇਜ ਨਹੀਂ ਰਿਹਾ। ਕੀ ਘਟਨਾ ਸੀ ਭਾਈ? ਦੱਸਿਆ ਉਹਨਾਂ ਨੇ ਵੀ ਕਿਵੇਂ ਇਹ ਸਾਰਾ ਉਹ ਸ਼ਖਸ ਕੌਣ ਸੀਗਾ? ਹਾਲਾਂਕਿ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਆਈ ਹੈ, ਤੁਹਾਨੂੰ ਜਾਣਕਾਰੀ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਤਾਂ ਮਿਲੀ? ਦੇਖੋ, ਪਰਿਵਾਰਕ ਮੈਂਬਰ ਇੰਨੇ ਸ਼ੌਕਡ ਨੇ ਕਿ ਉਹ ਕਿਸੇ ਨਾਲ ਅਜੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈਗੇ। ਮੈਂ ਵੀ ਕੋਸ਼ਿਸ਼ ਕਰ ਰਿਹਾ ਸੀ ਗੱਲ ਕਰਨ ਦੀ, ਪਰ ਉਹਨਾਂ ਕੋਲ ਗੱਲ ਨਹੀਂ ਸੀ ਹੋ ਰਹੀ। ਔਰ ਜੋ ਸਾਡੇ ਦੂਸਰੇ ਪਰਿਵਾਰਕ ਮੈਂਬਰ ਕਜ਼ਨਸ ਨਾਲ ਗੱਲ ਹੋਈ ਸੀ ਔਰ ਇਹ ਤਾਪਤੇਜਦੀਪ ਸਿੰਘ 2nd ਫਲੋਰ 'ਤੇ ਸੀ ਉਸ ਟਾਈਮ। ਇਹਨੇ ਆਪਣੇ ਸਾਥੀ ਜੋ ਇਹ ਡਿਊਟੀ 'ਤੇ ਆਉਣ ਵਾਲੇ ਸੀ ਉਹਨਾਂ ਨੂੰ ਮੈਸੇਜ ਕਰਤਾ ਵੀ ਤੁਸੀਂ ਇੱਧਰ ਨਾ ਆਇਓ, ਇੱਧਰ ਗੋਲੀਬਾਰੀ ਹੋ ਰਹੀ ਆ। ਔਰ ਜੋ ਉੱਥੇ ਨਾਲ ਕੋ ਵਰਕਰ ਸੀ ਉਹਨਾਂ ਨੂੰ ਅੰਦਰ ਇਹਨੇ ਕਿਹਾ ਤੁਸੀਂ ਅੰਦਰ ਰਹੋ। ਆਪ ਥੱਲੇ ਆ ਕੇ ਮੇਨ ਗੇਟ ਬੰਦ ਕਰਨ ਆਉਂਦਾ ਪਿਆ ਸੀ ਵੀ ਇਸ ਜਿਹੜੀ ਬਿਲਡਿੰਗ ਹੈਗੀ ਵਿੱਚ ਉਹ ਐਂਟਰ ਨਾ ਕਰ ਸਕੇ ਕਿਉਂਕਿ ਉਹ ਲਾਗਲੀ ਬਿਲਡਿੰਗ ਵਿੱਚ ਗੋਲੀਬਾਰੀ ਕਰ ਰਿਹਾ ਸੀ। ਇਹਨਾਂ ਨੇ ਸੀ ਆਪਣੀ ਬਿਲਡਿੰਗ ਸੇਫ ਕਰ ਲਈ, ਇਹਨੂੰ ਬਚਾ ਲਈਏ। ਅੱਜ ਪੌੜੀਆਂ ਉਤਰਨੀ ਲੱਗੇ ਸੀਗੇ ਔਰ ਇਹ ਨਾਲ ਸ਼ਾਇਦ ਸੁਪਰਵਾਈਜ਼ਰ ਸੀ ਇਹਨਾਂ ਦਾ, ਇਹ ਦੋਨਾਂ ਨੂੰ ਟਾਰਗੇਟ ਕਰਤਾ। ਭਾਈ, ਕਦੋਂ ਗਏ ਸੀ ਤਾਪਤੇਜ ਵੀਰ ਜੀ ਇੱਥੋਂ ਔਰ ਕਿੰਨੀ ਦੇਰ ਹੋ ਗਈ ਸਾਰੇ ਪਰਿਵਾਰ ਨਾਲ ਉੱਥੇ? ਸਾਰਾ ਪਰਿਵਾਰ 2004 ਦੇ ਵਿੱਚ ਗਿਆ ਸੀ। 2004 ਦੇ ਵਿੱਚ ਗਿਆ ਸੀ ਔਰ ਇਹਨਾਂ 17 ਸਾਲ ਹੋ ਗਏ ਨੇ। ਸਾਰੀ ਫੈਮਿਲੀ ਉੱਥੇ ਗਈ ਸੀ। ਇੱਥੇ ਆਣ ਕੇ ਬਾਅਦ ਵਿੱਚ ਇਹਦੀ ਮੈਰਿਜ ਹੋਈ ਆ, 2011 ਦੇ ਵਿੱਚ ਮੈਰਿਜ ਹੋਈ ਆ ਔਰ ਛੋਟੇ ਬੱਚੇ ਨੇ ਜੇ ਬੇਟਾ 3.5 ਸਾਲ ਦੇ 3 ਸਾਲ ਪਲੱਸ ਸੀ ਆ, ਛੋਟੀ ਬੇਟੀ ਆ 1.5 ਸਾਲ ਦੇ ਲਾਗੇ ਬੰਨੇ ਹੋਏਗੀ ਔਰ ਪਰਿਵਾਰਕ ਮੈਂਬਰ ਫਾਦਰ ਮਦਰ ਪਿੱਛੇ ਰਹਿ ਗਏ ਨੇ, ਵਾਈਫ ਆ ਨਾਲ, ਛੋਟਾ ਬ੍ਰਦਰ ਆ, ਇਹ ਫੈਮਿਲੀ ਪਿੱਛੇ ਛੱਡ ਗਈ। ਛੋਟੇ ਬ੍ਰਦਰ ਦਾ ਵੀ ਦੱਸਦੇ ਨੇ, ਕਹਿੰਦੇ ਮੈਰਿਜ ਦੀ ਤਿਆਰੀ ਕਰ ਰਹੇ ਸੀਗੇ ਵੀ ਆਪਾਂ ਇੰਡੀਆ ਆ ਕੇ ਵਿਆਹ ਕਰਨਾ ਹੁਣ। ਔਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ, ਉਹ ਟਾਈਮ ਹੀ ਨਹੀਂ ਆਉਣ ਦਿੱਤਾ। ਜਿਵੇਂ
ਤੁਸੀਂ ਵੀ ਦੱਸਿਆ ਵੀ ਟਾਰਗੇਟ ਜਦੋਂ ਇੰਡੀਆ ਆਉਂਦੇ ਸੀਗੇ ਕਿੱਦਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਸੀਗੀਆਂ, ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਚੁਣ ਕੇ ਲੋਕਾਂ ਨੂੰ ਜਾਣ ਲਈ ਗਈ ਹੈ, ਤਾਂ ਕਦੀ ਇਦਾਂ ਦਾ ਕੋਈ ਜ਼ਿਕਰ ਤਾਂ ਨਹੀਂ ਹੋਇਆ ਸੀ ਵੀ ਉੱਥੇ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ? ਹਾਲਾਂਕਿ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਪਹਿਲਾਂ ਵੀ ਆਉਂਦੀਆਂ ਨੇ, ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਹੈ, ਤਾਂ ਇਹ ਵੀ ਗੁਰਸਿੱਖ ਵੀਰ ਸੀਗੇ, ਕਦੀ ਕੋਈ ਗੱਲਬਾਤ ਹੋਈ ਸੀ ਇਦਾਂ? ਦੇਖੋ, ਇਦਾਂ ਦਾ ਪਰਸਨ ਸੀਗਾ ਇਹ, ਕਿਸੇ ਵੀ ਇਹੋ ਜਿਹੇ ਲੜਾਈ ਝਗੜੇ ਵਿੱਚ ਇਨਵੋਲਵ ਕਦੀ ਨਹੀਂ ਸੀ ਹੋਇਆ। ਔਰ ਉੱਥੇ ਇਹੋ ਜਿਹੀਆਂ ਘਟਨਾਵਾਂ ਆਮ ਦੇਖਣ ਨੂੰ ਮਿਲ ਰਹੀਆਂ ਵੀ ਜ਼ਿਆਦਾਤਰ ਗੋਰੇ ਹੀ ਲੋਕਾਂ ਨੂੰ ਸ਼ੂਟ ਕਰ ਰਹੇ ਨੇ। ਔਰ ਇੱਥੇ ਜਦੋਂ ਆਉਂਦਾ ਸੀਗਾ ਗੱਲਾਂ ਬਾਤਾਂ ਦੇ ਵਿੱਚ ਜ਼ਰੂਰ ਕਹਿੰਦਾ ਸੀ ਉੱਥੋਂ ਦੇ ਇੰਨੇ ਸੌਖੇ ਮਾਹੌਲ ਨਹੀਂ ਹੈਗੇ, ਅਤੇ ਕਈ ਵਾਰ ਕਾਲੇ ਬੰਦੇ ਵੀ ਉੱਥੇ ਲੁੱਟਣ ਪੈ ਜਾਂਦੇ ਹੈਗੇ ਨੇ। ਜੇ ਆਪਾਂ ਕਹੀਏ ਉੱਥੇ ਈਜ਼ੀ ਲਾਈਫ ਜਾਂ ਇੰਨੀ ਸਿਕਿਉਰ ਲਾਈਫ ਉਹ ਵੀ ਨਹੀਂ ਹੈਗੀ ਸੀ, ਔਰ ਉਹਦਾ ਰਿਜ਼ਲਟ ਜਿਹੜਾ ਹੈਗਾ ਹੁਣ ਸਾਹਮਣੇ ਆ ਹੀ ਗਿਆ। ਪਰਿਵਾਰਕ ਮੈਂਬਰਾਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ? ਪਰਿਵਾਰਕ ਮੈਂਬਰਾਂ ਨਾਲ ਮੈਂ ਕੋਸ਼ਿਸ਼ ਕੀਤੀ ਹੈਗੀ, ਫੋਨ ਮੈਂ ਕਾਫੀ ਟਰਾਈ ਕਰ ਰਿਹਾ ਹੈਗਾ ਵਾ। ਜਿਵੇਂ ਤੁਸੀਂ ਅੱਗੇ ਮੈਨੂੰ ਇੱਕ ਤਸਵੀਰ ਵੀ ਦਿਖਾ ਰਹੇ ਸੀਗੇ ਵੀ ਜਿਸ ਜਿਹੜੀ ਉਹਨਾਂ ਦੀ ਜਿਹੜੀ ਕੋ ਵਰਕਰ ਨਾਲ ਉਹਨਾਂ ਦੇ ਵਰਕਰ ਸੀਗੀ, ਕਲੀਗ ਸੀਗੀ, ਜਿਨ੍ਹਾਂ ਦੀ ਜਾਨ ਬਚਾਈ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ। ਜਾਨ ਬਚਾਈ ਹੈ, ਉਸ ਤੋਂ ਬਾਅਦ ਉਹ ਖੁਦ ਵੀ ਉਹਨਾਂ ਦੇ ਆਪਣੇ ਗਲ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਗਲ ਦੇ ਵਿੱਚ ਇੱਕ ਤਖਤੀ ਪਾ ਕੇ ਤਸਵੀਰ ਤੁਹਾਡੇ ਕੋਲ ਪਹੁੰਚੀ? ਹਾਂਜੀ, ਮੇਰੇ ਕਜ਼ਨ ਨੇ ਆਪਣੇ ਸਟੇਟਸ ਦੇ ਵਿੱਚ ਉਹ ਤਸਵੀਰ ਲਾਈ ਹੈਗੀ ਆ, ਔਰ ਉਸ ਕੋ ਵਰਕਰ ਨੇ ਆਪਣੇ ਗਲ ਦੇ ਵਿੱਚ ਤਖਤੀ ਪਾਈ ਹੋਈ, ਲਿਖਿਆ ਹੈਗਾ ਵੀ ਤਾਪਤੇ ਦੀ ਸਿੰਘ ਥੈਂਕਸ, ਮੈਨੂੰ ਤੂੰ ਅੱਜ ਆਪਣੀ ਭੈਣ ਨੂੰ ਘਰ ਸੁਰੱਖਿਅਤ ਭੇਜਿਆ ਔਰ ਆਪਣੀ ਜਾਨ ਨੂੰ ਦੇ ਗਿਆ। ਇਸ ਤਰੀਕੇ ਦੀ ਨੇਚਰ ਦਲੇਰੀ ਉਹਨਾਂ ਨੇ ਦਿਖਾਈ ਹੈ। ਇੱਥੇ ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ ਜਦੋਂ ਇੱਥੇ ਆਉਂਦੇ ਨੇ ਤੁਹਾਡੇ ਕੋਲ, ਜਾਂ ਤੁਸੀਂ ਬਚਪਨ ਤੋਂ ਤੁਹਾਡੇ ਕੋਲ ਰਿਹਾ ਹੋਊਗਾ, ਤੁਹਾਡੇ ਤੋਂ ਛੋਟਾ ਸੀਗਾ ਤਾਂ ਬੜੇ ਤੁਸੀਂ ਬੱਚਿਆਂ ਵਾਂਗ ਉਸ ਨੂੰ ਪਾਲਿਆ ਵੀ ਹੋਊਗਾ, ਨਾਲ ਖੇਡੇ ਵੀ ਹੋਵੋਗੇ, ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ? ਜੀ ਮੇਰੇ ਤੋਂ 7 ਸਾਲ ਛੋਟਾ ਸੀਗਾ, ਔਰ ਅਸੀਂ ਇੱਥੇ ਇਕੱਠੇ ਹੀ ਤਕਰੀਬਨ ਖੇਡਦੇ ਰਹੇ ਹੈਗੇ ਆ। ਨਿੱਕੇ ਜਦੋਂ ਛੋਟਾ ਸੀ ਪਰ ਅਸੀਂ ਇੱਥੇ ਇਕੱਠੇ ਖੇਡਣਾ, ਹੁਣ ਵੀ ਜਦੋਂ ਆਉਣਾ ਅਸੀਂ ਇੱਥੇ ਇਕੱਠੇ ਖੇਡਦੇ ਰਹਿਣਾ। ਔਰ ਇੰਨਾ ਉਹਦਾ ਮਨ ਲੱਗਦਾ ਸੀਗਾ ਵੀ ਜੋ ਜਿੱਦਾਂ ਦਾ ਇੱਥੇ ਉਹਨੂੰ ਮਾਹੌਲ ਲੱਗਦਾ ਸੀ, ਉਹ ਅਮਰੀਕਾ ਜਾ ਕੇ ਖੁਸ਼ ਨਹੀਂ ਸੀ। ਔਰ ਫਾਦਰ ਨੂੰ ਕਹਿੰਦਾ ਰਹਿੰਦਾ ਸੀਗਾ ਵੀ ਆਪਾਂ ਇੰਡੀਆ ਚੱਲੀਏ, ਆਪਾਂ ਇੰਡੀਆ ਜਾ ਕੇ ਆਪਣਾ ਕਾਰੋਬਾਰ ਕਰੀਏ ਕੋਈ। ਅਤੇ ਕਿਸਮਤ ਦੇ ਵਿੱਚ ਜੋ ਲਿਖਿਆ ਹੁੰਦਾ ਹੋਣਾ ਤਾਂ ਉਹੀ ਹੁੰਦਾ। ਔਰ ਸਾਡਾ ਛੋਟਾ ਵੀ ਸਾਨੂੰ ਛੱਡ ਕੇ ਚਲੇ ਗਿਆ। ਸਿੱਖ ਕੌਮ ਆਪਣੀ ਦਲੇਰ ਕੌਮ ਹੈਗੀ, ਹਰ ਫੈਸਲਾ ਜਿਹੜਾ ਹੈਗਾ ਵਾ ਦਿਮਾਗ ਨਾਲ ਦਿਲ ਨਾਲ ਜ਼ਿਆਦਾ ਲੈਂਦੇ ਹੈਗੇ ਆ। ਆਪਣਾ ਉੱਥੇ ਦੂਸਰੇ ਵਰਕਰਸ ਨੂੰ ਸੇਵ ਕੀਤਾ, ਉਹਨਾਂ ਨੂੰ ਕਮਰੇ ਦੇ ਵਿੱਚ ਉਹਨਾਂ ਨੂੰ ਲੌਕ ਕਰਕੇ, ਔਰ ਬਾਹਰ ਆਪ ਆ ਗਿਆ ਵੀ ਮੈਂ ਦੇਖਦਾ ਥੱਲੇ ਮੇਨ ਡੋਰ ਐਂਟਰੀ ਵਾਲਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਉਹ ਸ਼ਖਸ ਉਸ ਬਿਲਡਿੰਗ 'ਚ ਨਾ ਐਂਟਰ ਕਰਦਾ। ਔਰ ਉਹਨੇ 'ਚ ਇਹਨੂੰ ਐਂਟਰ ਕਰ ਚੁੱਕਾ ਸੀ ਔਰ ਇਹ ਟਾਰਗੇਟ ਹੋ ਗਿਆ। ਕਦੋਂ ਲਾਸਟ ਟਾਈਮ ਛੁੱਟੀ ਆਏ ਸੀਗੇ ਵੀਰ ਜੀ? ਉਦੋਂ ਫਿਰ ਕਿੱਦਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਸੀਗੀਆਂ? ਤੁਸੀਂ ਦੱਸ ਰਹੇ ਹੋ ਵੀ ਅਮਰੀਕਾ ਜਾਣ ਨੂੰ ਦਿਲ ਨਹੀਂ ਸੀ ਕਰਦਾ, ਜਦੋਂ ਇੱਥੇ ਆਉਂਦੇ ਸੀਗੇ ਦਿਲ ਇੱਥੇ ਲੱਗ ਜਾਂਦਾ ਸੀ। 2 ਸਾਲ ਪਹਿਲਾਂ ਆਏ ਸੀ ਆਪਣੇ ਬ੍ਰਦਰ ਇਨ ਲਾ ਦੀ ਮੈਰਿਜ 'ਤੇ, ਇਸ 'ਤੇ ਆਏ ਸੀ, ਪਰ ਜ਼ਿਆਦਾ ਟਾਈਮ ਇੱਥੇ ਸਾਡੇ ਨਾਲ ਸਪੈਂਡ ਕੀਤਾ। ਇੱਥੇ ਅਸੀਂ ਗਲੀ ਦੇ ਵਿੱਚ ਕ੍ਰਿਕਟ ਖੇਡਦੇ ਰਹਿਣਾ ਜਾਂ ਕਿਤੇ ਵੀ ਜਾਣਾ ਇਕੱਠੇ ਜਾਣਾ, ਕੋਈ ਵੀ ਦਿਨ ਤਿਉਹਾਰ ਸਾਂਝੇ ਇੱਥੇ ਮਨਾਉਂਦੇ ਰਹੇ। 2 ਮਹੀਨੇ ਇਕੱਠੇ ਰਹੇ, ਔਰ ਉਹਦਾ ਜਾਣ ਨੂੰ ਤਾਂ ਬਿਲਕੁਲ ਹੀ ਦਿਲ ਨਹੀਂ ਸੀ ਕਰਦਾ। ਈਵਨ ਜਦੋਂ ਇੱਥੋਂ ਗਿਆ ਤਾਂ ਪਤਾ ਨਹੀਂ ਸੀ ਵੀ ਉਹਦਾ ਆਖਰੀ ਟਾਈਮ ਇੱਥੇ ਸਾਨੂੰ ਮਿਲਣਾ ਸੀਗਾ, ਔਰ ਰੋਂਦਾ ਗਿਆ ਸੀ। ਕਹਿੰਦੇ ਭਾਜੀ ਅਗਲੀ ਵਾਰ ਆਇਆ, ਅਗਲੀ ਵਾਰ ਤਾਂ ਮੈਂ ਇੱਥੇ ਰਹੂੰਗਾ, ਮੁੜ ਕੇ ਨਹੀਂ ਜਾਂਦਾ। ਗੁਰਸਿੱਖੀ ਦੇ ਨਾਲ ਕਹਿੰਦੇ ਬਹੁਤ ਪਿਆਰ ਸੀਗਾ, ਉੱਥੇ ਵੀ ਗੁਰਸਿੱਖੀ ਜੀਵਨ ਹੀ ਬਤੀਤ ਕਰ ਰਹੇ ਸੀ। ਦੇਖੋ, ਬੜੀ ਵੱਡੀ ਗੱਲ ਹੁੰਦੀ ਆ ਅਮਰੀਕਾ ਵਰਗੇ ਦੇਸ਼ ਵਿੱਚ ਜਾ ਕੇ ਔਰ ਗੁਰਸਿੱਖ ਜੀਵਨ ਬਤੀਤ ਕਰਨਾ। ਛੋਟੀ ਉਮਰ ਤੋਂ ਹੀ ਕਹਿ ਲਓ ਚਲੇ ਗਿਆ ਸੀ ਇੱਥੋਂ, ਫਸਟ ਈਅਰ ਇੰਜੀਨੀਅਰਿੰਗ ਕਰਦਾ ਪਿਆ ਸੀ ਜਦੋਂ ਚਲੇ ਗਿਆ। ਉਦੋਂ ਇੱਥੇ ਹੀ ਅੰਮ੍ਰਿਤ ਛਕਿਆ ਸੀ, ਉੱਥੇ ਜਾ ਕੇ ਉਹਨੇ ਆਪਣੀ ਗੁਰਸਿੱਖੀ ਪੂਰੀ ਨਿਭਾਈ। ਅੱਜ ਤੱਕ ਗੁਰਸਿੱਖ ਜੀਵਨ ਉਹ ਜਿਉ ਰਿਹਾ ਸੀਗਾ, ਔਰ ਲੋਕਾਂ ਦੀ ਮਦਦ ਕਰਨਾ ਉਹ ਆਪਣਾ ਇੱਕ ਫਰਜ਼ ਸਮਝਦਾ ਸੀ, ਔਰ ਲੋਕਾਂ ਦੀ ਮਦਦ ਕਰਦਾ ਹੀ ਹੋਇਆ ਹੀ ਆਪਣੀ ਜਾਨ ਦੇ ਗਿਆ। ਆਪਣਾ ਸਿੱਖੀ ਜੋ ਜੀਵਨ ਜਾਚ ਹੈਗੀ ਆ ਉਹ ਅੰਤ ਤੱਕ ਨਿਭਾ ਗਿਆ। ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ, ਹੁਣ ਵੀ ਜਿਹੜੀ ਜਾਨ ਵੀ ਗਈ ਹੈ ਉਹ ਵੀ ਇੱਕ ਮਦਦ ਜਿਹੜਾ ਕਰਕੇ ਗਏ ਜ਼ਿੰਦਗੀ ਦੇ ਵਿੱਚ, ਉਹ ਅੱਜ ਇੱਕ ਮਿਸਾਲ ਬਣ ਰਿਹਾ ਪੂਰੇ ਭਾਈਚਾਰੇ ਦੇ ਲਈ। ਬੇਸ਼ੱਕ ਅੱਜ ਦੁੱਖ ਬਹੁਤ ਵੱਡਾ ਹੈ, ਇਹ ਘਾਟਾ ਆਪਾਂ ਕਦੀ ਵੀ ਪੂਰਾ ਨਹੀਂ ਕਰ ਸਕਦੇ, ਪਰ ਦੂਸਰੇ ਪਾਸੇ ਜੋ ਗੁਰਸਿੱਖੀ ਤੋਂ ਤੁਸੀਂ ਦੱਸਿਆ ਵੀ ਜੋ ਸਿੱਖਿਆ ਲਈ ਹੈ, ਉੱਤੇ ਚੱਲਦਾ ਚੱਲਦਾ ਹੀ ਜਾਨ ਬਚਾ ਗਿਆ ਆਪਣੀ, ਜਿਹੜੀ ਕੁਲੀਗ ਹੈ ਔਰ ਆਪਣੀ ਜਾਨ ਦੀ ਗਿਆ। ਤਾਂ ਇੱਥੇ ਸਮਾਜ ਸੇਵਾ ਵੱਲ ਵੀ ਧਿਆਨ ਰਹਿੰਦਾ ਸੀ ਉਹਨਾਂ ਦਾ। ਦੇਖੋ, ਇੱਥੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਨੂੰ ਜ਼ਰੂਰਤ ਹੋਣੀ ਤਾਂ ਉਹਨੇ ਹਮੇਸ਼ਾ ਕਹਿਣਾ ਭਾਜੀ ਕੋਈ ਪਿੰਡ ਦੇ ਵਿੱਚ ਕੋਈ ਲੋੜਵੰਦ ਹੋਇਆ ਤਾਂ ਜ਼ਰੂਰ ਤੁਸੀਂ ਦੱਸ ਦਿਆ ਕਰੋ, ਜਿੰਨਾ ਸਾਡੇ ਕੋਲ ਸਰਦਾ ਹੋਇਆ ਅਸੀਂ ਮਦਦ ਕਰਿਆ ਕਰਾਂਗੇ। ਔਰ
ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੈਂ ਜੇ ਕੋਈ ਕਿਸੇ ਨੂੰ ਲੋੜ ਪੈਣੀ ਮੈਂ ਦਾਦੇ ਜੀ ਨੂੰ ਜੇ ਕਹਿ ਦੇਣਾ ਤੇ ਔਰ ਉਹਨੇ ਕਦੀ ਵੀ ਨਾ ਨਹੀਂ ਸੀ ਕੀਤੀ। ਕਹਿੰਦਾ ਭਾਜੀ ਕੋਈ ਗੱਲ ਨਹੀਂ, ਅਸੀਂ ਹਾਜ਼ਰ ਹਾਂ। ਭੈਣ ਜੀ ਤੁਹਾਡੇ ਤੋਂ ਜਾਣਨਾ ਚਾਹੂੰਗਾ, ਤੁਹਾਡੇ ਦਿਓਰ ਸੀਗੇ, ਛੋਟੇ ਭਰਾਵਾਂ ਦੇ ਵਾਂਗ ਸੀਗੇ, ਇਹ ਖਬਰ ਬਹੁਤ ਦੁਖਦਾਈ, ਦਿਲ ਨੂੰ ਝੰਜੋੜਨ ਵਾਲੀ ਖਬਰ ਪਹੁੰਚੀ। ਕਿਵੇਂ ਖਬਰ ਪਹੁੰਚੀ ਔਰ ਇਸ ਦੁੱਖ ਦੇ ਵਿੱਚ ਪਰਿਵਾਰ ਦੇ ਨਾਲ ਗੱਲ ਵੀ ਨਹੀਂ ਹੋ ਪਾ ਰਹੀ ਤੁਹਾਡੀ? ਦੁੱਖ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਤੇਜਦੀਪ ਨਹੀਂ ਵੀ ਇਸ ਦੁਨੀਆ 'ਤੇ ਰਿਹਾ, ਬਹੁਤ ਦੁੱਖ ਹੋਇਆ ਸੁਣ ਕੇ। ਸਾਡੇ ਤਾਂ ਬਿਲਕੁਲ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਇਹ ਸਾਡੇ ਨਾਲ ਕੀ ਭਾਣਾ ਵਾਪਰ ਗਿਆ, ਕਦੀ ਇਸ ਚੀਜ਼ ਬਾਰੇ ਸੋਚਿਆ ਵੀ ਨਹੀਂ ਸੀ। ਬਹੁਤ ਦੁੱਖ ਹੋਇਆ ਸੁਣ ਕੇ। ਉੱਦਾਂ ਤੁਹਾਡੇ ਨਾਲ ਨੇਚਰ ਕਿੱਦਾਂ ਦਾ ਸੀਗਾ? ਭੈਣਾਂ ਭਰਾਵਾਂ ਵਾਂਗ ਜਦੋਂ ਆਉਂਦੇ ਸੀ ਛੁੱਟੀ, ਤੁਸੀਂ ਵੀਰ ਜੀ ਵੀ ਦੱਸਣ ਦੇ ਵੀ ਇੱਥੇ ਜ਼ਿਆਦਾ ਸਮਾਂ ਬਿਤਾਉਂਦੇ ਸੀ? ਮੈਂ ਤਾਂ ਅਜੇ ਤੱਕ ਮੈਂ ਮਹਿਸੂਸ ਹੀ ਨਹੀਂ ਕਦੀ ਹੋਇਆ ਕਿ ਮੈਂ ਇਹਨਾਂ ਦੀ ਭਰਜਾਈ ਹਾਂ। ਜੋ ਸਾਡੇ ਘਰਾਂ ਦਾ ਮਾਹੌਲ ਆ, ਮੈਂ ਤਾਂ ਭੈਣਾਂ ਭਰਾਵਾਂ ਵਾਂਗੂ ਇਹਨਾਂ ਦੇ ਨਾਲ ਹਮੇਸ਼ਾ ਰਹਿੰਦੀ ਹੈਗੀ ਹਾਂ। ਕਦੀ ਕਿਸੇ ਨੇ ਕੋਈ ਵੀ ਇਸ ਤਰ੍ਹਾਂ ਰਹਿਣਾ ਵੀ ਜਿਸ ਤਰ੍ਹਾਂ ਸਾਡੀ ਭੈਣ ਹੀ ਇੱਥੇ ਹੈਗੀ ਆ। ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਵੀ ਮੇਰਾ ਸਹੁਰਾ ਘਰ ਆ, ਮੇਰੇ ਸਮਝਣ ਵੀ ਮੇਰਾ ਪੇਕਾ ਪਰਿਵਾਰ ਹੀ ਆ। ਕਿਸੇ ਗੱਲ ਮੈਨੂੰ ਕੋਈ ਵੀ ਮਹਿਸੂਸ ਨਹੀਂ ਕਦੀ ਵੀ ਹੋਇਆ। ਸਾਰੇ ਆਪਣੇ ਜਿਸ ਤਰ੍ਹਾਂ ਦੇਰ ਆ, ਜੋ ਵੀ ਆ, ਸਾਰੇ ਭੈਣ ਭਰਾਵਾਂ ਵਾਂਗੂ ਅਸੀਂ ਰਹਿੰਦੇ ਇੱਥੇ। ਜਿਵੇਂ ਤਪਤੇਜ ਦੀ ਵੀਰ ਦੇ 2 ਛੋਟੇ ਬੱਚੇ ਨੇ, ਮਾਸੂਮ ਨੇ, ਮੈਨੂੰ ਲੱਗਦਾ ਬੱਚੀ ਤਾਂ ਅਜੇ ਪਛਾਣ ਵੀ ਨਹੀਂ ਕਰ ਪਾਈ ਹੋਊਗੀ ਚੰਗੀ ਤਰ੍ਹਾਂ, ਜਾਂ ਨਾ ਵੀ ਨਹੀਂ ਸਹੀ ਤਰੀਕੇ ਨਾਲ ਅਜੇ ਤੱਕ ਉਹਨੂੰ ਪਤਾ ਵੀ ਨਹੀਂ ਹੋਊਗਾ ਮੇਰੇ ਪਾਪਾ ਦੀ ਅਸਲੀ ਤਸਵੀਰ ਕਿੱਦਾਂ ਦੀ ਹੈ। ਤਾਂ ਬਹੁਤ ਦੁੱਖ ਲੱਗਦਾ ਇਸ ਗੱਲ। ਬੱਚੇ ਤਾਂ ਬਹੁਤ ਛੋਟੇ ਆ, ਉਹਨਾਂ ਨੂੰ ਤਾਂ ਹਮੇਸ਼ਾ ਦੀ ਜਿਸ ਤਰ੍ਹਾਂ ਪਿਤਾ ਦਾ ਪਿਆਰ ਤਾਂ ਮਿਲਣਾ ਹੀ ਨਹੀਂ ਉਹਨਾਂ ਨੂੰ। ਬਹੁਤ ਦੁੱਖ ਹੁੰਦਾ ਨਾ ਬੱਚਿਆਂ ਵੱਲ ਸੋਚ ਕੇ ਕਿ ਇਹ ਬੱਚੇ ਕਰਨਗੇ ਕੀ। ਬਹੁਤ ਦੁੱਖ। ਕਹਿੰਦੇ ਲਾਸਟ ਵਾਰੀ ਛੁੱਟੀ ਆਏ ਸੀ ਤਾਂ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਹਨਾਂ ਦਾ ਇੱਥੋਂ? ਨਹੀਂ, ਦਿਲ ਨਹੀਂ ਸੀ ਕਰਦਾ। ਹਸਬੈਂਡ ਵਾਈਫ ਹੀ ਦੋਨੋਂ ਜਿਹੜਾ ਸੀ ਬਹੁਤ ਮਹਿਸੂਸ ਕਰਦੇ ਸੀ ਕਿ ਅਸੀਂ ਨਹੀਂ ਇੱਥੋਂ ਜਾਣਾ, ਤੁਸੀਂ ਬਹੁਤ ਲੱਕੀ ਆ, ਤੁਸੀਂ ਇੱਥੇ ਰਹਿੰਦੇ ਆ, ਤੁਹਾਨੂੰ ਤੁਸੀਂ ਇੱਥੇ ਇੰਜੋਏ ਵੀ ਕਰਦੇ ਆ, ਅਸੀਂ ਵੀ ਤੁਹਾਡੇ ਵਰਗੀ ਲਾਈਫ ਜਿਹੜੀ ਇੱਥੋਂ ਵਰਗੀ ਵੀ ਸਪੈਂਡ ਕਰਨੀ ਆ। ਪਰ ਨਹੀਂ, ਕਹਿੰਦੇ ਸੀ ਵੀ ਚਲੋ ਸਾਡੀ ਮਜਬੂਰੀ ਹੁਣ ਜਾਂਦੇ ਆ। ਫਿਰ ਜਦੋਂ ਅਸੀਂ ਨੈਕਸਟ ਵਾਰੀ ਆਏ, ਅਸੀਂ ਨਹੀਂ ਵਾਪਸ ਜਾਣਾ, ਅਸੀਂ ਇੰਡੀਆ ਹੀ ਰਹਿਣਾ। ਤਾਂ ਅਸੀਂ ਬਾਹਰਲੇ ਮੁਲਕਾਂ ਨੂੰ ਬੇਸ਼ੱਕ ਸਾਰੇ ਜਾਣਾ ਚਾਹੁੰਦੇ ਹਾਂ, ਮਿਹਨਤ ਕਰਕੇ ਉੱਥੇ ਕਮਾਈ ਕਰਨੀ ਚਾਹੁੰਦੇ ਹਾਂ, ਪਰ ਤਪਤੇਜਦੀਪ ਸਿੰਘ ਇੱਕ ਅਜਿਹਾ ਇਨਸਾਨ ਸੀ, ਗੁਰਸਿੱਖੀ ਦੇ ਨਾਲ ਅਥਾਹ ਪਿਆਰ ਸੀ ਔਰ ਦਲੇਰੀ ਤਾਂ ਤੁਸੀਂ ਸਾਰਿਆਂ ਨੇ ਉਸਦੀ ਦੇਖੀ ਹੈ। ਬੇਸ਼ੱਕ ਅੱਜ ਉਹ ਸਾਡੇ ਵਿੱਚ ਨਹੀਂ ਹੈ, ਪਰ ਉਸਦੀ ਸ਼ਹਾਦਤ ਮੈਂ ਕਹਿ ਸਕਦਾ ਉਹ ਕਦੇ ਵੀ ਅਜਾਈ ਨਹੀਂ ਜਾਏਗੀ। ਹਮੇਸ਼ਾ ਸਿੱਖ ਕੌਮ ਦਾ ਮਾਣ ਉਸਦੀ ਸ਼ਹਾਦਤ ਦੇ ਨਾਲ ਜਿਹੜਾ ਵਧਿਆ ਹੀ ਹੈ। ਉਸ ਨੂੰ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਉਸਦਾ ਨਾਮ ਦਰਜ ਹੋਵੇਗਾ ਵੀ ਉਸ ਇਨਸਾਨ ਨੇ, ਸਿੱਖ ਨੇ, ਇੱਕ ਗੋਰੀ ਜਿਹੜੀ ਸੀਗੀ ਜਿਸ ਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ, ਬਸ ਇੱਕ ਇਨਸਾਨੀਅਤ ਦਾ ਰਿਸ਼ਤਾ ਸੀ ਔਰ ਰਿਸ਼ਤਾ ਸੀ ਕਿ ਉਸ ਦੀ ਕੁਲੀਗ ਸੀ, ਉਸ ਦੀ ਜਾਨ ਤਾਂ ਬਚਾ ਦਿੱਤੀ ਪਰ ਆਪਣੀ ਜਾਨ ਗਵਾ ਦਿੱਤੀ। ਜਿਵੇਂ ਸਿਸਟਮ ਦੀਆਂ ਵੀ ਗੱਲਾਂ ਕਹਿੰਦੇ ਕਰਦੇ ਸੀਗੇ ਉਹ ਵੀ ਇੰਡੀਆ ਦੇ ਵਿੱਚ ਜੇ ਸਿਸਟਮ ਚੰਗਾ ਹੋਵੇ ਤਾਂ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਕੀ ਪੈਂਦੀ ਹੈ, ਇੰਨੇ ਮੁਸ਼ਕਿਲ ਹਾਲਾਤਾਂ ਦੇ ਨਾਲ ਜੂਝਣ ਦੀ ਲੋੜ ਹੀ ਨਾ ਪਵੇ। ਮੈਨੂੰ 2 ਸਾਲ ਹੋ ਗਏ ਉਹਦੇ ਕੋਲ ਆਏ ਨੂੰ, ਅਤੇ ਉੱਥੇ ਮੈਨੂੰ ਰੋਜ਼ ਆ ਕੇ ਉਹਨੂੰ ਪੁੱਛਣਾ ਤਾਂ ਅੱਜ ਕੀ ਹਾਲ ਆ, ਕਿੱਦਾਂ ਰਿਹਾ ਕੰਮ, ਅਤੇ ਘੁਮਾਉਣਾ ਵੀ ਮੈਨੂੰ, ਅਤੇ ਨੌਕਰੀ 'ਤੇ ਆਉਂਦੀਆਂ ਹੀ ਆਪਣਾ ਸਾਰਾ ਕੁਝ ਪੁੱਛਣਾ ਅਤੇ ਆਖਣਾ ਵੀ ਮੈਂ ਚੱਲਣਾ ਪਿਆ ਕੰਮ ਤੋਂ। ਅਤੇ ਫਿਰ ਅਤੇ ਮੈਂ ਮਹੀਨਾ ਕਰਿਆ ਉਹਨਾਂ ਕੋਲ, ਅਤੇ ਫਿਰ ਮੈਂ ਕੈਨੇਡਾ ਆ ਗਿਆ। ਮੇਰਾ ਇੱਥੇ ਲੜਕਾ ਸੀ, ਅਤੇ ਉੱਥੇ ਮੈਂ ਵੇਖਿਆ ਵੀ ਇੱਥੇ ਬੁੱਢਿਆਂ ਦਾ। ਤੇ ਵੀਰ ਜੀ ਵੀ ਇੱਥੇ ਰਹਿਣਾ ਚਾਹੁੰਦੇ ਸੀਗੇ ਕਹਿੰਦੇ? ਉਹ ਵੀ ਉਹ ਚਾਹੁੰਦੇ ਸੀ ਕਿ ਵੀ ਆਪਣਾ ਮੌਜ ਕਰੀਏ, ਵੀ ਪੈਸੇ ਤਾਂ ਕਮਾ ਹੀ ਲਿਆ ਅਤੇ ਹੁਣ ਆਜ਼ਾਦੀ 'ਚ ਰਹੀਏ। ਅਤੇ ਉਹ ਵੀ ਵਿਚਾਰੇ ਨੂੰ ਉੱਥੇ ਬਸ ਆਉਣ ਲੱਗੀ ਉਹਦੀ। ਤਾਂ ਬਹੁਤ ਵੱਡਾ ਘਾਟਾ ਹੈ ਪਰਿਵਾਰ ਦੇ ਲਈ। ਇਸ ਤਰੀਕੇ ਨਾਲ ਵੀਰ ਜੀ ਇਸ ਤਰੀਕੇ ਦੇ ਹਮਲੇ ਪਹਿਲਾਂ ਵੀ ਬਹੁਤ ਸਾਰੇ ਸਾਹਮਣੇ ਆਉਂਦੇ ਨੇ। ਲੱਗਦਾ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਅਮਰੀਕਾ ਦੇ ਵਿੱਚ ਵੀ ਕਿਸੇ ਦੇ ਉੱਤੇ ਨਸਲੀ ਟਿੱਪਣੀ ਨਾ ਹੋਵੇ, ਨਸਲੀ ਤੌਰ ਦੇ ਉੱਤੇ ਕਿਸੇ ਦੀ ਜਾਨ ਨਾ ਜਾਵੇ। ਗੌਰਮੈਂਟ ਉੱਧਰ ਥੋੜ੍ਹਾ ਜਿਹਾ ਸਖਤੀ ਕਰਨ, ਕਿਉਂਕਿ ਜ਼ਿਆਦਾ ਤਾਂ ਅਮਰੀਕਾ ਦੇ ਵਿੱਚ ਹੋ ਰਿਹਾ, ਕੈਨੇਡਾ ਦੇ ਵਿੱਚ ਵੀ ਇੰਨਾ ਨਹੀਂ ਹੈਗਾ। ਖਾਸ ਕਰਕੇ ਅਮਰੀਕਾ ਵਰਗੇ ਦੇਸ਼ ਨੂੰ ਇਹ ਸੋਚਣ ਦੀ ਲੋੜ ਹੈਗੀ ਆ ਵੀ ਇਹ ਉਸ ਦੇਸ਼ ਵਿੱਚ ਕਿਉਂ ਜ਼ਿਆਦਾ ਹੋ ਰਿਹਾ। ਪਤਾ ਹੀ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੂੰਗਾ, ਜੇ ਤੁਸੀਂ ਗੱਲ ਕਰ ਸਕੋ ਤਾਂ ਬਜ਼ੁਰਗ ਨੇ, ਪਰਿਵਾਰ ਦੇ ਵਿੱਚ ਦੁੱਖ ਹੈ, ਸੋਗ ਦੀ ਲਹਿਰ ਹੈ, ਤਾਂ ਗੱਲਬਾਤ ਕਰਨੀ ਵੀ ਸੌਖੀ ਨਹੀਂ ਹੈ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਕੁਝ ਦੱਸਣਾ ਔਖਾ ਹੋ ਜਾਂਦਾ ਇਨਸਾਨ ਦੇ ਲਈ। ਇੱਕ ਪਾਸੇ ਪਰਿਵਾਰ ਦਾ ਜੀਅ ਵਿਛੜਿਆ ਤਾਂ ਦੂਸਰੇ ਪਾਸੇ ਵਿਛੜਿਆ ਵੀ ਇਸ ਤਰੀਕੇ ਦੇ ਨਾਲ ਵੀ ਜੇ ਕੋਈ ਸੁਣਦਾ ਹੈ ਤਾਂ ਉਸ ਦਾ ਦਿਲ ਜਿਹੜਾ ਉਹ ਝੰਜੋੜਿਆ ਜਾਂਦਾ। ਤਾਂ ਅੱਜ ਤਪਤੇਜਦੀਪ ਸਿੰਘ ਹੋਰੀ ਅਮਰੀਕਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸੀਗੇ, ਤਾਂ ਉਹਨਾਂ ਦੀ ਇਸ ਗੋਲੀਬਾਰੀ ਦੇ ਵਿੱਚ ਜਾਨ ਗਈ ਹੈ। ਜਾਣ ਦਾ ਕਾਰਨ ਜੇ ਸਪਸ਼ਟ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਆਪਣੀ ਇੱਕ ਇਨਸਾਨ ਦੀ ਜਾਨ ਬਚਾਉਂਦੇ ਹੋਏ ਆਪ ਕੁਰਬਾਨੀ ਦਿੱਤੀ ਹੈ ਤਪਤੇਜਦੀਪ ਸਿੰਘ ਨੇ, ਜਿਸ ਦੀ ਹਰ ਪਾਸੇ
ਲੋਕਾਂ ਦੇ ਵੱਲੋਂ ਇਸ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ, ਉਸ ਦੀ ਸ਼ਹਾਦਤ ਨੂੰ ਸਲਾਮ ਕੀਤਾ ਜਾ ਰਿਹਾ। ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਹਮਦਰਦ ਮੀਡੀਆ ਗਰੁੱਪ ਵੀ ਪਰਿਵਾਰ ਦੇ ਨਾਲ ਹੈ। ਪਰਮਾਤਮਾ ਦੇ ਅੱਗੇ ਹੀ ਅਰਦਾਸ ਹੈ ਕਿ ਪਰਮਾਤਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ 2 ਛੋਟੇ ਮਾਸੂਮ ਬੱਚੇ, ਇੱਕ 3 ਸਾਲ ਦਾ ਹੈ ਤੇ ਇੱਕ ਸ਼ਾਇਦ ਮੈਨੂੰ ਲੱਗਦਾ ਸਾਲ ਦੀ ਬੱਚੀ ਹੈ, ਉਹਨਾਂ ਦੇ ਚੰਗੇ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ। ਔਰ ਪੂਰੀ ਇਸ ਘਟਨਾ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਵਾਪਰ ਨਾ। ਔਰ ਜਿਹੜਾ ਸਾਡਾ ਭਾਈਚਾਰਾ ਹੈ ਉੱਥੇ ਜਾ ਕੇ ਮਿਹਨਤ ਮੁਸ਼ੱਕਤ ਕਰਦਾ ਹੈ, ਉਹ ਹਮੇਸ਼ਾ ਆਪਣੇ ਪਰਿਵਾਰਾਂ ਦੇ ਨਾਲ, ਪਰਿਵਾਰਾਂ ਦੇ ਵਿੱਚ ਸੁਰੱਖਿਅਤ ਰਹਿ ਕੇ ਮਿਹਨਤ ਤੇ ਮਜ਼ਦੂਰੀ ਲਗਾਤਾਰ ਕਰਦੇ ਰਹਿਣ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV।